पढ़ियो अर वेद विचारियो निवल भुयंगम साधे। गुरु अर्जुन देव कहंदे आ पाठ पढ़ियो, पाठ कीता गया वेदां दा, धर्म ग्रंथां नूं पढ़िया गया और उन्हां दी विचार भी कीती गई। पाठ पढ़ियो और वेद विचारियो, अग्या निवल भुयंगम साधे। निवली कर्म आप जी नूं पता है, जोग मत दा कर्म है निवली। गोडियां पर ने बंदे खड़े हो जाते आ, उड़ के गोडियां उत्ते हथ रख लेंदे आ ते अपने पेट दीयां नाड़ियां नूं घुमांदे ने। इहनूं निवली कर्म भी कहा जाता है, पेट दीयां नाड़ियां घुमाणियां। हजूर कहंदे ने पाठ भी कीता, विचार भी कीती, निवली कर्म भी कीता। इहदे विच एक शब्द वरतिया भुयंगम। यह कहा जाता है बंदे दी जिहड़ी आ साडी रीढ़ दी हड्डी है ना, जोग मत मुताबक ਇਹਦੇ ਵਿੱਚੋਂ ਇੱਕ ਨਾੜੀ ਜਾਂਦੀ ਹੈ ਜਿਹੜੀ 10ਵੇਂ ਦੁਆਰ ਤੱਕ ਹੈ, ਉਹਦੇ ਵਿੱਚ ਪ੍ਰਾਣ ਚੜਾਏ ਜਾਂਦੇ ਆ। ਹਜ਼ੂਰ ਕਹਿੰਦੇ ਨੇ ਪਾਠ ਵੀ ਕੀਤਾ, ਵਿਚਾਰ ਵੀ ਕੀਤੀ, ਨਿਵਲੀ ਕਰਮ ਵੀ ਕੀਤਾ ਤੇ ਭੁਯੰਗਮਾ ਨਾੜੀ ਦੀ ਸਾਧਨਾ ਵੀ ਕੀਤੀ ਹੈ। ਪੰਜ ਜਨਾ ਸਿਓ ਸੰਗ ਨਾ ਛੁਟਕਿਓ आदिक अहं बुध बादे। पर इन्ने कर्म करन दे बावजूद भी पंच जना स्यों संग ना छुटके। ये पंच जाने काम क्रोध लोभ मोह ते अहंकार। हजूर कहंदे नाड़ियां घुमाण दी जाच आ गई पर मत्थे तो गुस्से दी त्योड़ी खत्म नहीं होई। भुयंगमा नाड़ी नूं अपने प्राण चढ़ाण लग पिया पर वासना दे फुरने मरे कोई नहीं। सतगुरु कहंदे ने पाठां दा वेदां दा पाठ कीता, विचार कीती, ये तिन्ने कर्म करन दे बावजूद विद्वान बन गया, जोग मत दा अभ्यासी बन गया। पर धन गुरु अर्जुन देव कहंदे अंदर जिहड़े काम क्रोध लोभ मोह अहंकार ने, उस मैल ने बंदे दा खड़ा छड्डिया ही नहीं। फिर सुनियो कि पाठ पढ़ियो अर वेद विचारियो निवल भुयंगम साधे। पंच जना से संग ना छुटकियो। काम क्रोध लोभ मोह अहंकार ने खैड़ा नहीं छड्डिया। अधक अंग बुद्ध बांधे। पर ਇਹਦੇ ਵਿੱਚ ਇੱਕ ਹੋਰ ਚੀਜ਼ ਸ਼ਾਮਲ ਹੋ ਗਈ ਕਿ ਮੇਰੇ ਵਰਗਾ ਜੋਗੀ ਕੋਈ ਨਹੀਂ, ਮੇਰੇ ਵਰਗਾ ਪਾਠੀ ਕੋਈ ਨਹੀਂ। ਮੈਂ ਨਿਵਲੀ ਕਰਮ ਬੜੇ ਕਮਾਲ ਦਾ ਕਰਨਾ, ਮੈਂ ਪ੍ਰਾਣਾਯਾਮ ਕਰਨਾ ਵਾ। ਹਜ਼ੂਰ ਕਹਿੰਦੇ ਨੇ ਕਾਮ ਕਰੋ ਤਾਂ ਅੱਗੇ ਤੰਗ ਕਰਦੇ ਸਨ, ਨਾਲ ਫਿਰ ਚੰਗੇ ਕਰਮਾਂ ਦਾ ਹੰਕਾਰ ਹੋਰ ਵਿੱਚ ਆ ਗਿਆ। ਅਧਿਕ ਵੱਧ ਗਿਆ, ਹੋਰ ਕੰਮ ਘਟਿਆ ਨਹੀਂ। ਅਧਿਕ ਅੰਗ ਬੁੱਧ ਬਾਂਧੇ। ਇੱਥੇ ਯਾਦ ਰੱਖੋ, ਇੱਥੇ ਅੰਗ ਬੁੱਧ ਆਇਆ ਹੈ। ਅੱਗੇ ਮਹਾਰਾਜ ਵਿਵੇਕ ਬੁੱਧੀ ਮੰਗਦੇ। ਹਜ਼ੂਰ ਕਹਿੰਦੇ ਨੇ ਇਹਦੇ ਨਾਲ ਸਾਡੇ ਅੰਦਰ ਹੋਰ ਖੌਮੇ ਪੈਦਾ ਹੁੰਦੀ ਹੈ। ਪਿਆਰੇ ਇਨ ਬਿਦ ਮਿਲਣ ਨਾ ਜਾਈ। ਹਜ਼ੂਰ ਕਹਿੰਦੇ ਨੇ ਹੈ ਪਿਆਰੇ ਸਾਨੂੰ ਸਮਝਾਉਂਦੇ ਨੇ ਇਹ ਤਰੀਕਾ ਨਹੀਂ ਮਿਲਣ ਦਾ, ਇਸ ਢੰਗ ਨਾਲ ਤੂੰ ਪ੍ਰਮਾਤਮਾ ਨੂੰ ਨਹੀਂ ਮਿਲ ਸਕਦਾ। ਹੁਣ ਮਨ 'ਚ ਖਿਆਲ ਆਵੇਗਾ ਦਾ ਮਤਲਬ ਪਾਠ ਨਹੀਂ ਕਰਨਾ ਚਾਹੀਦਾ। ਬੜੇ ਸਵਾਲ ਉੱਠਣਗੇ। ਪਾਠ ਜ਼ਰੂਰ ਕਰੋ ਗੁਰਮੁਖੋ, ਪਰ ਪਾਠ ਕਰਕੇ ਉਹਨੂੰ ਆਪਣੇ ਅੰਦਰ ਵਸਾਈਏ। ਗੁਰੂ ਰਾਮਦਾਸ ਜੀ ਨੂੰ ਪੁੱਛਿਆ ਜੀ ਪਾਠ ਕਿਵੇਂ ਕਰੀਏ, ਤੇ ਗੁਰੂ ਰਾਮਦਾਸ ਨੇ ਬੜਾ ਸੋਹਣਾ ਉੱਤਰ ਦਿੱਤਾ ਇਤਿਹਾਸ ਵਿੱਚ। ਕਹਿੰਦੇ ਜਦੋਂ ਕੋਈ ਸ਼ਬਦ ਪੜ੍ਹੇ, ਉਸ ਸ਼ਬਦ ਨੂੰ ਪਾਠ ਨੂੰ ਕਰਦਿਆਂ ਕਰਦਿਆਂ ਆਪਣੇ ਮਨ ਨੂੰ ਜ਼ਰੂਰ ਰੋਕ ਕੇ ਪੁੱਛਿਆ ਕਰ ਕਿ ਤੂੰ ਇਹਦੇ ਮੁਤਾਬਕ ਚੱਲਣਾ ਹੈ ਕਿ ਨਹੀਂ। ਮੈਂ ਇਹ ਬੇਨਤੀ ਕਰਾਂਗਾ, ਸੁਣਿਓ। ਮੰਨ ਲਓ ਅਸੀਂ ਪਾਠ ਕਰਨੇ ਆ, ਆਨੰਦ ਸਾਹਿਬ ਲੈ ਲਈਏ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਪਾਠ ਹੋ ਗਿਆ ਨਾ ਜੀ। ਫਿਰ ਆਪਣੇ ਮਨ ਨੂੰ ਰੁਕ ਜਾਈਏ, ਕਾਹਲੀ ਨਹੀਂ। ਕੋਈ ਜ਼ਰੂਰੀ ਨਹੀਂ ਮੈਂ 10 ਮਿੰਟਾਂ ਕੱਲੇ ਬੈਠਿਆਂ ਮਨ ਨੂੰ ਪੁੱਛੋ, ਮਨਾ ਅੱਜ ਸਵੇਰ ਤੋਂ ਸ਼ਾਮ ਤੱਕ ਤੂੰ ਦੌਲਤ ਲਈ ਕਿੰਨੀਆਂ ਚਲਾਕੀਆਂ ਵਰਤੀਆਂ ਨੇ। ਜੇ ਪਾਠ ਕਰੀਏ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਹੀਂ, ਤੇਰਾ ਨਾਲੇ ਫਿਰ ਪੁੱਛੀਏ ਮਨਾ ਤੂੰ ਅੱਜ ਕਿੰਨਾ ਕੁ ਸੱਚ ਦਾ ਸਿਮਰਨ ਕੀਤਾ। ਜਦੋਂ ਇਹ ਪਾਠ ਕਰੀਏ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਮੈਂ ਮਨ ਦੇ ਸ਼ਬਦ ਲਏ ਆ, ਫਿਰ ਸਮਝ ਲੱਗ ਜਾਏ ਕਿ ਮਨਾ ਤੂੰ ਕਿੰਨਾ ਸਮਾਂ ਪ੍ਰਮਾਤਮਾ ਦੇ ਨਾਮ ਨਾਲ ਰਿਹਾ। ਇਹ ਨਹੀਂ ਮੈਂ ਕਹਿ ਰਿਹਾ ਕਿ ਗੁਰੂ ਜੀ ਇਹ ਨਹੀਂ ਕਹਿੰਦੇ ਪਾਠ ਨਾ ਕਰੋ, ਪਰ ਪਾਠ ਕਰੀ ਗਏ, ਵਿਚਾਰ ਕਰੀ ਗਏ, ਕਥਾ ਕਰੀ ਗਏ, ਸਾਰੀ ਜ਼ਿੰਦਗੀ ਲੰਘ ਗਈ,
ਨਾ ਕਾਮ ਨੇ ਖਹਿੜਾ ਛੱਡਿਆ, ਨਾ ਕ੍ਰੋਧ ਨੇ ਛੱਡਿਆ, ਨਾ ਲੋਭ ਨੇ ਛੱਡਿਆ, ਨਾ ਹੰਕਾਰ ਨੇ। ਤੇ ਯਾਦ ਰੱਖਿਓ, ਜਿਉਂ-ਜਿਉਂ ਗਿਆਨ ਵਧੀ ਗਿਆ ਤਿਉਂ-ਤਿਉਂ ਹੰਕਾਰ ਦਾ ਕੰਡਾ ਹੋਰ ਵੱਡਾ ਹੁੰਦਾ ਗਿਆ। ਹਜ਼ੂਰ ਕਹਿੰਦੇ ਨਹੀਂ, ਇਸ ਖੌਮੇ ਤੋਂ ਬਚ ਪਿਆਰੇ, ਇਨ ਬਿਦ ਮਿਲਨ ਨਾ ਜਾਈ। ਇਹ ਤੁਕ ਨੂੰ ਹਰ ਤੁਕ ਨਾਲ ਲਾਓਗੇ ਤੇ ਅਰਥ ਬੜੇ ਸੋਹਣੇ ਟੁਕਣਗੇ ਪਿਆਰੇ। ਇਸ ਤਰੀਕੇ ਨਾਲ ਬਿਦ ਦਰ ਤੇ ਤਰੀਕਾ ਪਿਆਰੇ, ਇਨ ਬਿਦ ਮਿਲ ਨਾ ਜਾਈ। ਮੈਂ ਕੀਏ ਕਰਮ ਅਨੇਕਾਂ, ਮੈਂ ਅਨੇਕਾਂ ਤਰ੍ਹਾਂ ਦੇ ਕਰਮ ਕੀਤੇ ਹਨ। ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਸਤਿਗੁਰੂ ਕਹਿੰਦੇ ਨੇ ਅਸੀਂ ਹਾਰ ਕੇ ਥੱਕ ਕੇ ਆਪਣੇ ਸਵਾਮੀ ਦੇ ਦੁਆਰੇ ਤੇ ਡਿੱਗ ਪਏ ਹਾਂ, ਦਰਵਾਜ਼ੇ ਤੇ ਡਿੱਗਿਆਂ ਤੇ ਬੇਨਤੀ ਕਰਨੇ ਆ, ਦੀਜੈ ਬੁੱਧ ਵਿਵੇਕਾ। ਕਿਉਂਕਿ ਸਮਾਂ ਓਨਾ ਹੈ, ਅਸੀਂ ਹਜ਼ੂਰ ਦੇ ਪੁਰਬ ਦਾ ਜ਼ਿਕਰ ਵੀ ਕਰਨੇ ਤੇ ਮੇਰੀ ਇੱਛਾ ਸੀ ਆਖਰੀ ਅਰਥ ਜ਼ਰੂਰ ਕਰ ਜਾਵਾਂ। ਕਿਉਂਕਿ ਜਿਹੜੀ ਹੁਕਮਨਾਮੇ ਦੀ ਵਿਚਾਰ ਹੈ ਨਾ ਜੀ, ਇਹ ਹਰ ਗੁਰਦੁਆਰਾ ਸਾਹਿਬ ਹੋਣੀ ਚਾਹੀਦੀ। ਮੈਂ ਇਹ ਨਹੀਂ ਕਿ ਇਹ ਵੀ ਕਿਤੇ ਖੌਮੇ ਚ ਲੈ ਜਾ, ਮੈਂ ਬਹੁਤ ਸੋਹਣਾ ਬੋਲ ਰਿਹਾ। ਕੋਈ ਵੀ ਗੁਰਮੁਖ ਪਿਆਰਾ ਕਥਾ ਕਰੇ, ਬਸ ਇੱਕ ਗੱਲ ਜ਼ੇਨ ਵਿੱਚ ਰੱਖ ਕੇ ਤੁਰੇ ਵੀ ਆਪਾਂ ਹੁਕਮ ਤੋਂ ਖੱਬੇ ਸੱਜੇ ਨਹੀਂ ਹੋਣਾ। ਜੋ ਸਤਿਗੁਰਾਂ ਨੇ ਕਿਹਾ ਹੈ ਨਾ, ਕਈ ਵਾਰੀ ਕੀ ਹੁੰਦਾ ਜੀ, ਮੁੱਦਾ ਕੁਝ ਹੁੰਦਾ ਹੈ, ਗੱਲ ਕੋਈ ਕੀਤੀ ਜਾਂਦੀ ਹੈ, ਸੰਗਤ ਦਾ ਧਿਆਨ ਕਨਵਰਟ ਕਰ ਦਿੰਦੇ। ਹਾਂਜੀ, ਇਸ ਤਰ੍ਹਾਂ ਹੁੰਦਾ। 1 ਘੰਟੇ ਦੀ ਕਥਾ ਹੈ, 50 ਮਿੰਟ ਦੁਨੀਆ ਦੀਆਂ ਗੱਲਾਂ ਬਾਤਾਂ ਕੀਤੀਆਂ ਤੇ 10 ਮਿੰਟ ਚ ਆਓ ਜੀ ਹੁਣ ਸਾਧ ਸੰਗਤ ਜੀ ਸ਼ਬਦ ਦੀ ਵਿਚਾਰ ਕਰ ਲਈ। ਇਹ ਇੰਨਾ ਧੱਕਾ ਨਾ ਕਰੀਏ ਗੁਰੂ ਸ਼ਬਦ ਦੀ ਵਿਚਾਰ ਚ। ਮੈਂ ਆਪ ਨੂੰ ਬੇਨਤੀ ਕਰਾਂ ਕਿ ਪਿਆਰੇ, ਇਨ ਬਿਦ ਮਿਲ ਨਾ ਜਾਈ। ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਹੁਣ ਇੱਕ ਸ਼ਬਦ ਹੈ ਬੁੱਧ ਤੇ ਵਿਵੇਕਾ, ਕਿ ਵਾਹਿਗੁਰੂ ਤੂੰ ਮੈਨੂੰ ਵਿਵੇਕ ਬੁੱਧੀ ਦੇ। ਇਹਦਾ ਅਰਥ ਹੀ ਹੋਇਆ, ਜਿਹੜੀ ਸਾਡਾ ਸਰੀਰ ਹੈ ਨਾ ਜੀ, ਜਿਉਂ-ਜਿਉਂ ਸਾਡੀ ਉਮਰ ਢਲਦੀ ਏ ਤਿਉਂ-ਤਿਉਂ ਸਾਡੀ ਬੁੱਧੀ ਵਿੱਚ ਵੀ ਚੇਂਜ ਆਉਂਦੀ ਏ। ਯਾਦ ਰੱਖਿਓ, ਪਹਿਲੀ ਬਾਲ ਬੁੱਧ ਹੁੰਦੀ ਏ, ਫਿਰ ਚੰਚਲ ਬੁੱਧ ਆ ਜਾਂਦੀ ਏ, ਫਿਰ ਅੰਗ ਬੁੱਧ ਆ ਜਾਂਦੀ ਹੈ। ਜਿਹਦੇ ਉੱਤੇ ਰੱਬ ਦੀ ਅਪਾਰ ਕਿਰਪਾ ਹੋਵੇ ਉਹਨੂੰ ਫਿਰ ਪ੍ਰਮਾਤਮਾ ਵਿਵੇਕ ਬੁੱਧੀ ਦਿੰਦਾ ਹੈ। ਉਂਝ ਬਾਲ ਬੁੱਧ ਬੜੀ ਚੰਗੀ ਹੈ, ਪਾਇਓ ਬਾਲ ਬੁੱਧ ਸੁਖਰੇ, ਉੱਥੇ ਬੁੱਧੀ ਨਾਲ ਸ਼ਬਦ ਕਹਿ ਬਾਲ ਬੁੱਧ। ਹੁਣੇ ਅਸੀਂ ਪਾਠ ਕੀਤਾ, ਇਹ ਇੱਕ ਬਚਨ ਹੁੰਦਾ, ਚੰਚਲ ਚਪਲ ਬੁੱਧ ਕਾ ਖੇਲ, ਚੰਚਲ ਬੁੱਧੀ। ਹੁਣੇ ਪਾਠ ਅਸੀਂ ਕੀਤਾ, ਅਦਕ ਆਹੰਗ ਬੁੱਧ ਬਾਂਦੇ ਆਹੰਗ ਬੁੱਧੀ। ਤੇ ਇਹਦੇ ਵਿੱਚ ਹੀ ਸਤਿਗੁਰੂ ਕਹਿੰਦੇ ਆ, ਦੀਜੈ ਬੁੱਧ ਵਿਵੇਕਾ। ਪਹਿਲੀ ਗੱਲ, ਬੁੱਧੀ ਕਿਹਨੂੰ ਕਹਿੰਦੇ ਆ? ਵਿਵੇਕ ਬੁੱਧੀ। ਉਂਝ ਗੁਰਮੁਖੋ, ਸਾਡਾ ਜਿਹੜਾ ਆ ਇੰਦਰੇ ਨੇ ਨਾ, ਬਾਹਰ ਦੇ ਸੰਦ ਨੇ, ਅੱਖਾਂ ਨੱਕ ਕੰਨ, ਇਹ ਗਿਆਨ ਅੰਦਰ ਦਿੰਦੇ ਨੇ ਤੇ ਅਗਿਆਨ ਵੀ ਇਹੀ ਅੰਦਰ ਦਿੰਦੇ ਨੇ। ਭਾਵੇਂ ਉਹਨਾਂ ਨੂੰ ਗਿਆਨ ਇੰਦਰੇ ਕਹਿੰਦੇ ਆ, ਪਰ ਅਗਿਆਨ ਵੀ ਇਹੀ ਦਿੰਦੇ ਨੇ। ਇਹੀ ਅੱਖਾਂ ਇਹਨਾਂ ਅੱਖਰਾਂ ਦੀ ਪਹਿਚਾਣ ਕਰਨਗੀਆਂ, ਗੁਰਮੁਖੀ ਪੜ੍ਹਨੀ ਆਏਗੀ ਤੇ ਗੁਰੂ ਗ੍ਰੰਥ ਸਾਹਿਬ ਦੀ ਸਮਝ ਪੈਗੀ, ਅੰਦਰ ਚਲੇ ਗਿਆ ਨਾ ਅੱਖਾਂ ਦੇ ਗਿਆਨ। ਤੇ ਇਹੀ ਅੱਖਾਂ ਜਦੋਂ ਗੰਦ ਬੰਦ ਦੇਖਣਗੀਆਂ ਉਦੋਂ ਸਭ ਕੁਝ ਉਹ ਵੀ ਅੰਦਰ ਜਾਏਗਾ। ਜਿਵੇਂ ਜੀ ਸਿੱਧੀ ਗੱਲ, ਦਰਵਾਜ਼ੇ ਨੇ, ਮੰਨ ਲਓ ਕਮਰੇ ਦੇ ਬਾਰੀਆਂ ਨੇ, ਖਿੜਕੀਆਂ ਨੇ, ਰੋਸ਼ਨਦਾਨ ਨੇ। ਹੁਣ ਰੋਸ਼ਨਦਾਨ ਦਾ ਕੰਮ ਹੈ, ਉਹ ਧੁੱਪ ਵੀ ਅੰਦਰ ਭੇਜ ਸਕਦਾ ਹੈ, ਭੇਜਦਾ ਰੋਸ਼ਨਦਾਨ ਖਿੜਕੀਆਂ। ਉਹ ਖੰਦਰ ਵਾਯੂ ਨੂੰ, ਹਵਾ ਨੂੰ ਵੀ ਭੇਜਦਾ ਹੈ। ਤੇ ਯਾਦ ਰੱਖਿਓ, ਜਦੋਂ ਹਨੇਰੀ ਚੱਲਦੀ ਹੈ ਅੰਦਰ ਮਿੱਟੀ ਵੀ ਢੇਰ ਲਾ ਦਿੰਦਾ ਹੈ। ਇਹ ਤਾਂ ਸਾਡੇ ਗਿਆਨ ਇੰਦਰੀਆਂ, ਇਹ ਤਾਂ ਦਰਵਾਜ਼ੇ ਨੇ। ਅਸੀਂ ਵੇਖਣਾ ਮੈਂ ਕਿੱਥੇ ਦਰਵਾਜ਼ਾ ਬੰਦ ਕਰਨਾ ਤੇ ਕਿੱਥੇ ਖੋਲਣਾ ਹੈ। ਗੀਤਾ ਦੇ ਅੰਦਰ ਕ੍ਰਿਸ਼ਨ ਜੀ ਅਰਜੁਨ ਨੂੰ ਇੱਕ ਉਪਦੇਸ਼ ਦਿੰਦੇ ਆ, ਕਹਿੰਦੇ ਨੇ ਜਿਹੜਾ ਗਿਆਨੀ ਪੁਰਸ਼ ਹੈ ਉਹ ਆਪਣੀਆਂ ਇੰਦਰੀਆਂ ਨੂੰ ਸੰਕੋਚ ਲੈਂਦਾ ਹੈ ਵਕਾਰਾਂ ਤੋਂ। ਇਹ ਗੱਲ ਨੂੰ ਸੁਣਿਓ। ਤੇ ਅਰਜੁਨ ਪੁੱਛਦੇ ਆ, ਜੀ ਇਹ ਕਿਵੇਂ ਸੰਕੋਚ ਲੈਂਦਾ ਇੰਦਰੀਆਂ ਨੂੰ? ਉਹ ਬਾਹਰ ਜਾ ਰਿਹਾ, ਅੱਖਾਂ ਨਾਲ ਦੇਖਦਾ, ਕੰਨਾਂ ਨਾਲ ਸੁਣਦਾ, ਜ਼ੁਬਾਨ ਨਾਲ ਬੋਲਦਾ। ਤੇ ਕ੍ਰਿਸ਼ਨ ਜੀ ਇੱਕ ਉਦਾਹਰਨ ਦਿੰਦੇ ਆ, ਕਹਿੰਦੇ ਨੇ ਅਰਜੁਨ, ਜਿਵੇਂ ਕੱਛੂ ਕੁੰਮਾ, ਆਪਾਂ ਵੇਖਿਆ ਕੱਛੂ ਕੁੰਮਾ, ਉਹਨੂੰ ਲੋੜ ਪੈਂਦੀ ਆਪਣੀ ਗਰਦਨ ਵੀ ਬਾਹਰ ਕੱਢ ਲੈਂਦਾ, ਆਪਣੀ ਸਿਰੀ ਬਾਹਰ ਕੱਢਦਾ ਜੀ, ਆਪਣੇ ਪੈਰ ਬਾਹਰ ਕੱਢ ਲੈਂਦਾ ਤੇ ਉਹ ਚੱਲਦਾ ਵੀ ਏ। ਉਹ ਅਸਲ ਵਿੱਚ ਸੱਚ ਇਹ ਵੇ, ਗਰਦਨ ਵੀ ਬਾਹਰ ਕੱਢਦਾ ਜਦੋਂ ਲੋੜ ਪੈਂਦੀ ਹੈ ਖਾਣ ਨੂੰ, ਚੱਲਣ ਨੂੰ। ਜਦੋਂ ਉਹਦੇ ਤੇ ਕਿਤੇ ਮੁਸੀਬਤ ਆ ਜਾਏ, ਆਪਣੇ ਪੈਰ, ਆਪਣੀ ਗਰਦਨ ਆਪਣੇ ਵਿੱਚ ਹੀ ਸਮਾ ਲੈਂਦਾ ਹੈ। ਕਹਿੰਦੇ ਨੇ ਗਿਆਨੀ ਪੁਰਸ਼
ਜਦੋਂ ਗਿਆਨ ਦੀ ਲੋੜ ਪਵੇ ਸੱਚਮੁੱਚ ਇੰਦਰੀਆਂ ਨੂੰ ਕੱਛੂ ਦੀ ਤਰ੍ਹਾਂ ਬਾਹਰਮੁਖੀ ਕਰਦਾ ਹੈ। ਜਿੱਥੇ ਦੇਖਦਾ ਮੇਰਾ ਨੁਕਸਾਨ ਹੁੰਦਾ ਪਿਆ ਅੰਦਰ ਦਾ, ਉੱਥੇ ਆਪਣੇ ਆਪ ਨੂੰ ਸੰਕੋਚ ਕੇ ਅੰਤਰਮੁਖੀ ਕਰ ਲੈਂਦਾ। ਪਰ ਇਹ ਹੈ ਬੜਾ ਔਖਾ, ਕਹਿਣਾ ਸੌਖਾ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਜੀ ਕਹਿੰਦੇ ਆ ਕਿ ਦੀਜੈ ਬੁੱਧ ਵਿਵੇਕਾ। ਬੁੱਧੀ ਕੀ ਹੈ? ਸਾਡਾ ਜਿਹੜਾ ਸਰੀਰ ਹੈ ਇਹਦੇ ਵਿੱਚ ਇੱਕ ਅੰਤःਕਰਣ ਹੈ, ਜਿਹਨੂੰ ਅੰਤਿਸ਼ੈਕਰਨ ਕਹਿੰਦੇ ਆ ਹਿੰਦੀ ਵਿੱਚ ਵੀ। ਹੁਣ ਉਹਨੂੰ ਕਿਹਾ ਜਾਂਦਾ ਹੈ ਮਨ। ਉੱਥੇ ਆ ਜਾਓ ਭਾਈ। ਮਨ, ਬੁੱਧ, ਚਿੱਤ ਤੇ ਹੰਕਾਰ। ਮੈਂ ਬੇਨਤੀ ਕਰਾਂ, ਮਨ ਫੁਰਨੇ ਦਾ ਨਾਮ ਹੈ ਤੇ ਬੁੱਧੀ ਜਿਹੜੀ ਹੈ ਉਹ ਉੱਠੇ ਹੋਏ ਫੁਰਨੇ ਦੀ ਨਿਗਰਾਨੀ ਕਰਦੀ ਵੀ ਇਹ ਚੰਗਾ ਹੈ ਕਿ ਮੰਦਾ ਹੈ। ਇਉਂ ਕਹਿ ਲੋ, ਇੱਕ ਵਰਕਰ ਕੰਮ ਕਰ ਰਿਹਾ ਹੈ ਤੇ ਆਫੀਸਰ ਆ ਕੇ ਇਨਸਪੈਕਸ਼ਨ ਕਰਦਾ ਹੈ, ਨਿਰੀਖਣ ਕਰਦਾ ਹੈ ਵੀ ਇਹਨੇ ਕੰਮ ਠੀਕ ਕੀਤਾ ਕਿ ਨਹੀਂ। ਮਨ ਫੁਰਨੇ ਬਣਾਉਂਦਾ ਹੈ। ਸੱਚ ਇਹ ਵੇ ਬੁੱਧੀ ਜਿਹੜੀ ਹੈ ਉਹਦੇ ਤੇ ਦੇਖਦੀ ਹੈ ਚੰਗਾ ਹੈ ਕਿ ਮੰਦਾ ਹੈ। ਜਿਸ ਬੰਦੇ ਦੀ ਬੁੱਧੀ ਮਲੀਨ ਹੋ ਜਾਏ ਉਹਦੇ ਕਰਮ ਮਲੀਨ ਹੋ ਜਾਂਦੇ ਨੇ। ਜਿਸ ਬੰਦੇ ਦਾ ਮਨ ਮੈਲਾ ਹੋਵੇ ਪਰ ਬੁੱਧੀ ਨਿਰਮਲ ਹੋਵੇ, ਨਿਰਮਲ ਬੁੱਧੀ ਸੱਚੀ ਮੁੱਚੀ ਮੈਲਾ ਕਰਮ ਨਹੀਂ ਬਣ ਦਿੰਦੀ। ਇੱਥੇ ਗੁਰੂ ਜੀ ਕਹਿੰਦਾ ਦੀਜੈ ਬੁੱਧ ਵਿਵੇਕਾ। ਹੁਣ ਵਿਵੇਕ ਦਾ ਅਰਥ ਬੜਾ ਡੂੰਘਾ ਹੈ। ਉਂਝ ਵਿਵੇਕੀਆਂ ਸ਼ਬਦ ਬਾਣੀ ਚ ਹੈ। ਇਹ ਦੋ ਲਫ਼ਜ਼ਾਂ ਨਾਲ ਬਣਿਆ, ਬਿਬ ਏਕ। ਬਿਬ ਦਾ ਅਰਥ ਹੈ ਦੋ ਤੇ ਏਕ ਦਾ ਅਰਥ ਇੱਕ। ਬਿਬ ਏਕ ਦਾ ਅਰਥ ਹੈ ਦਾਤਾ ਮੇਰੀ ਉਸ ਬਿਰਤੀ ਨੂੰ ਜਿਹੜੀ ਦਵੈਸ਼ ਵਿੱਚ ਫਸੀ ਏ ਉਹਨੂੰ ਇੱਕ ਨਾਮ ਦੇ ਨਾਲ ਜੋੜਦਾ ਹੈ, ਉਹਨੂੰ ਵਿਵੇਕ ਕਹਿੰਦੇ ਆ। ਹਜ਼ੂਰ ਕਹਿੰਦੇ ਆ ਕਿ ਖਾਰ ਪਰਿਓ ਸੁਆਮੀ ਕੈ ਦਵਾਰੈ, ਮਾਲਕ ਦੇ ਬੂਹੇ ਤੇ ਡਿੱਗੇ ਖਾਂ ਦੀਜੈ ਬੁੱਧ ਵਿਵੇਕਾ। ਸਾਨੂੰ ਪਰਮਾਤਮਾ ਜੀ ਤੁਸੀਂ ਵਿਵੇਕ ਬੁੱਧੀ ਦਿਓ। ਤੇ ਵਿਵੇਕ ਬੁੱਧੀ ਦੇ ਚਾਰ ਗੁਣ ਹੁੰਦੇ ਆ। ਵਿਵੇਕ ਬੁੱਧੀ ਕੋਲ ਸੱਚ ਹੁੰਦਾ ਹੈ, ਵਿਵੇਕ ਬੁੱਧੀ ਕੋਲ ਸਿਆਣਪ ਹੁੰਦੀ ਏ, ਵਿਵੇਕ ਬੁੱਧੀ ਦੇ ਕੋਲ ਸਾਹਸ ਹੁੰਦਾ ਹੈ ਤੇ ਵਿਵੇਕ ਬੁੱਧੀ ਦੇ ਕੋਲ ਸੰਜਮ ਹੁੰਦਾ ਹੈ। ਇਹ ਲਫ਼ਜ਼ ਫਿਰ ਆਪ ਜੀ ਸੁਣਿਓ ਗੁਰਮੁਖੋ। ਮੈਂ ਇਹ ਨਹੀਂ ਕਿ ਤੁਹਾਨੂੰ ਨਹੀਂ ਪਤਾ, ਮੈਂ ਤਾਂ ਵਾਰ-ਵਾਰ ਰਿਪੀਟ ਕਰਾਂ। ਮੈਂ ਕਹਿੰਦਾ ਕਈ ਵਾਰੀ ਹੋ ਸਕਦਾ ਹੈ ਇਹ ਸ਼ਬਦ ਦੁਬਾਰਾ ਕਦੋਂ ਕਰਨ ਨੂੰ ਮਿਲੇ। ਵਿਵੇਕ ਕੋਲ ਸਿਆਣਪ ਹੁੰਦੀ ਹੈ, ਉਹ ਨਾਮ ਚ ਭਿੱਜੀ। ਵਿਗਿਆਨੀਆਂ ਵਾਲੀ ਸਿਆਣਪ ਨਹੀਂ, ਚਲਾਕੀਆਂ ਵਾਲੀ ਸਿਆਣਪ ਨਹੀਂ। ਦੂਜਾ ਉਹਦੇ ਕੋਲ ਸੱਚ ਹੁੰਦਾ ਹੈ। ਤੀਸਰਾ ਉਹਦੇ ਕੋਲ ਸਾਹਸ ਹੁੰਦਾ ਹੈ, ਤਾਕਤ ਹੁੰਦੀ, ਨਿਰਭੈਤਾ ਹੁੰਦੀ ਹੈ। ਤੇ ਚੌਥਾ ਵਿਵੇਕੀ ਬੰਦੇ ਦੇ ਕੋਲ ਜ਼ਿੰਦਗੀ 'ਚ ਸੰਜਮ ਹੁੰਦਾ ਹੈ। ਇਹ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਤੇਰੇ ਦਰ ਤੇ ਡਿੱਗਿਆ, ਸਾਨੂੰ ਵਿਵੇਕ ਬੁੱਧੀ ਬਖਸ਼ੋ ਰਹਾਓ। ਹੁਣ ਇੱਥੇ ਆਈ ਰਹਾਉ ਦੀ ਤੁਕ। ਇਹ ਦੋ ਤੁਕਾਂ ਨੇ ਪਿਆਰੇ, ਇਨ ਬਿਦ ਮਿਲਣਾ ਜਾਈ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਮੰਜੀ ਸਾਹਿਬ, ਕੁਝ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਚਾਰ ਰਹਾਉ ਦੀਆਂ ਤੁਕਾਂ ਨੇ। ਜੀਓ ਡਰਤਾ ਹੈ ਆਪਣਾ ਕੈਸਿਓ ਕਰੀ ਪੁਕਾਰ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ। ਕੁਝ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਦੋ ਰਹਾਉ ਦੀਆਂ ਤੁਕਾਂ ਨੇ। ਇਹ ਹੁਣ ਇੱਥੇ ਰਹਾਉ ਪਹਿਲੀ ਆ ਗਈ, ਪਰ ਇਹਦੇ ਅੱਗੇ ਨਹੀਂ ਲਿਖਿਆ ਪਹਿਲੀ, ਅਖੀਰ ਤੇ ਆਵੇਗਾ ਰਹਾਉ ਦੂਜਾ। ਜਿਸ ਸ਼ਬਦ ਵਿੱਚ ਵੀ ਰਹਾਉ ਦੂਜਾ ਲਿਖਿਆ ਹੋਵੇ ਨਾ, ਉਹਦੇ ਅੱਖਾਂ ਮੀਟ ਕੇ ਇਹ ਅਰਥ ਕਰਿਓ ਕਿ ਪਹਿਲੀ ਰਹਾਉ ਦੀ ਤੁਕ ਵਿੱਚ ਕੁਐਸਚਨ, ਸਵਾਲ, ਪ੍ਰਸ਼ਨ ਹੈ ਤੇ ਦੂਜੀ ਰਹਾਉ ਵਿੱਚ ਉਸ ਸਵਾਲ ਦਾ ਉੱਤਰ ਦਿੱਤਾ ਗਿਆ। ਆ ਜਿਹੜਾ ਬਚਨ ਹੈ ਨਾ ਕਿ ਦੀਜੈ ਬੁੱਧ ਵਿਵੇਕਾ, ਇਹਦਾ ਉੱਤਰ ਕੀ ਹੈ ਇਹ ਅਸੀਂ ਅੱਗੇ ਜਾ ਕੇ ਦੇਖਨੇ ਆ। ਹਜ਼ੂਰ ਇਸ ਤੋਂ ਅਗਲੀ ਤੁਕ ਵਿੱਚ ਬਖਸ਼ਿਸ਼ ਕਰ ਦੇਗਾ। ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਪਹਿਲਾਂ ਵਿਦਵਾਨਾਂ ਦਾ, ਜੋਗੀਆਂ ਦਾ ਜ਼ਿਕਰ ਕੀਤਾ। ਹੁਣ ਗੁਰੂ ਜੀ ਕਹਿੰਦੇ ਮੋਨ ਭਇਓ। ਮੋਨ ਦਾ ਅਰਥ ਹੁੰਦਾ ਚੁੱਪ ਕਰ ਜਾਣਾ, ਜ਼ਬਾਨ ਦੀ ਚੁੱਪ ਕਰਨਾ। ਕਰ ਪਾਤੀ ਰਹੋ। ਪਾਤੀ ਦਾ ਲਫ਼ਜ਼ੀ ਅਰਥ ਪੱਤਰ ਨਹੀਂ ਆ, ਪਾਤੀ ਦਾ ਅਰਥ ਹੈ ਉਹ ਬਰਤਨ, ਕਰ ਦਾ ਅਰਥ ਹੈ ਹੱਥ। ਕੁਝ ਬੰਦੇ ਕਹਿੰਦੇ ਜੀ ਅਸੀਂ ਇਹ ਭਾਂਡੇ 'ਚ ਰੋਟੀ ਨਹੀਂ ਖਾਣੀ, ਸਾਡੇ ਹੱਥ ਤੇ ਰੋਟੀ ਦੇ ਦਿਓ। ਉਹ ਬੜੇ ਸੰਜਮੀ ਹੁੰਦੇ ਆ। ਗੁਰੂ ਜੀ ਕਹਿੰਦੇ ਆ ਜ਼ਬਾਨ ਕਰਕੇ ਬੰਦਾ ਚੁੱਪ ਵੀ ਰਿਹਾ, ਸਾਰੀ ਜ਼ਿੰਦਗੀ ਬੋਲਿਆ ਵੀ ਨਹੀਂ। ਆਪਣੇ ਹੱਥਾਂ ਨੂੰ ਭਾਂਡਾ ਪਾਤਰ ਬਣਾਇਆ ਤੇ ਆਪਣੇ ਸਰੀਰ ਤੇ ਕੱਪੜਾ ਵੀ ਕੋਈ ਨਹੀਂ ਪਾਇਆ। ਮੋਨ ਭਇਓ ਕਰ ਪਾਤੀ ਰਹੋ, ਨਗਨ ਫਿਰਿਓ ਬਨ ਮਾਹੀ। ਜੰਗਲਾਂ ਵੀ ਤੁਰਿਆ ਫਿਰਿਆ, ਕੋਈ ਬਸਤਰ ਨਹੀਂ ਪਾਇਆ। ਉਂਝ ਵੈਸੇ ਗੁਰੂ ਗੋਬਿੰਦ ਸਿੰਘ ਨੇ ਬੜੀ ਕਿਰਪਾ ਕੀਤੀ। ਉਹਨਾਂ ਦੀ ਅਕਾਲ ਉਸਤਤ ਵਿੱਚ ਇੱਕ ਬਚਨ ਹੈ, ਹਜ਼ੂਰ ਨੇ ਕਿਹਾ ਤਰਵਰ ਸਦੀਵ ਮੋਨ ਸਾਦੇ ਹੀ ਮਰਤ ਹੈ। ਆ ਰੁੱਖ ਕਿਹੜੀਆਂ ਗੱਲਾਂ ਕਰਦੇ ਨੇ, ਉਹ ਵੀ ਤੇ ਚੁੱਪ ਬੈਠੇ ਨਾ। ਇੱਥੇ ਗੁਰੂ ਜੀ ਕਹਿੰਦੇ ਕੁਝ ਬੰਦੇ ਇਸ ਨੂੰ ਧਰਮ ਬਣਾਈ ਬੈਠੇ ਨੇ ਜੀ, ਇਹ ਬੋਲਦਾ ਕੋਈ ਨਹੀਂ।
ਮੈਂ ਇੱਕ ਬੇਨਤੀ ਕਰਾਂ, ਜ਼ਬਾਨ ਦੀ ਚੁੱਪ ਨਾਲ ਕੁਝ ਟਿਕਾ ਮਿਲਦਾ ਹੈ, ਪਰ ਜ਼ਬਾਨ ਦੀ ਚੁੱਪ ਨਾਲ ਮਨ ਨਹੀਂ ਚੁੱਪ ਕਰਦਾ। ਮੈਂ ਪਿਛਲੇ ਦਿਨੀ ਕਿਹਾ, ਸੱਪ ਖੁੱਡ ਵਿੱਚ ਹੈ। ਸਾਡੇ ਖੁੱਡ ਕਹਿੰਦੇ ਸਨ, ਕਈ ਥਾਵਾਂ ਤੇ ਰੁੱਡ ਕਹਿੰਦੇ ਆ। ਤੇ ਬਾਣੀ 'ਚ ਇੱਕ ਸ਼ਬਦ ਹੁੰਦਾ ਵਰਮੀ, ਵਰਮੀ ਦਾ ਅਰਥ ਵੀ ਖੁੱਡ ਹੈ। ਹੁਣ ਸੱਪ ਜਿਹੜਾ ਖੁੱਡ ਵਿੱਚ, ਉੱਤੋਂ ਪੱਥਰ ਨਾਲ ਬੰਦ ਕਰੀ ਜੋ ਪਿਆਰਿਓ, ਉੱਤੋਂ ਖੁੱਡ ਨੂੰ ਬੰਦ ਕੀਤਿਆਂ ਸੱਪ ਕਿਤੇ ਮਰ ਜਾਣਾ। ਆ ਮੂੰਹ ਦੀ ਖੁੱਡ ਉੱਤੋਂ ਬੰਦ ਕਰ ਦਿੱਤੀ, ਮੈਂ ਨਹੀਂ ਬੋਲਣਾ, ਤੇ ਨਾ ਬੋਲਣ ਦੇ ਬਾਵਜੂਦ ਬੰਦਾ ਚੁੱਪ ਵਿੱਚ ਵੀ ਗੱਲਾਂ ਕਰੀ ਜਾਂਦਾ। ਫੁਰਨੇ ਨੇ ਨਾ। ਹਜ਼ੂਰ ਕਹਿੰਦੇ ਨੇ ਮੌਨ ਭਇਓ, ਚੁੱਪ ਵੀ ਹੋ ਗਿਆ। ਕਰ ਪਾਤੀ ਰੇਖੋ, ਆਪਣੇ ਹੱਥ ਨੂੰ ਬਰਤਨ ਬਣਾ ਲਿਆ, ਤੇ ਸਾਰੀ ਜ਼ਿੰਦਗੀ ਤਨ ਤੇ ਕੱਪੜਾ ਨਹੀਂ ਪੈ ਰਿਹਾ। ਤਟ ਤੀਰਥ ਸਭ ਧਰਤੀ ਪ੍ਰਮਿਓ, ਦੁਬਦਾ ਛੁਟਕਾ ਨਾਹੀ। ਸਾਰੀ ਧਰਤੀ ਦਾ ਭਰਵਣ ਕੀਤਾ, ਤੀਰਥਾਂ ਤੇ ਵੀ ਗਏ, ਇਸ਼ਨਾਨ ਵੀ ਕੀਤੇ, ਪਰ ਪਿਆਰਿਓ ਅੰਦਰ ਦੀ ਦੁਬਦਾ ਕੋਈ ਨਹੀਂ ਗਈ, ਮੇਰ ਤੇਰ ਨਹੀਂ ਗਈ, ਚੰਗਾ ਮੰਦਾ ਨਹੀਂ ਗਿਆ। ਇਹ ਬਿਰਤੀ ਦੁਬਦਾ ਦੀ ਅੰਦਰ ਬਣੀ ਹੋਈ ਹੈ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ। ਹੁਣ ਮਨ ਦੀਆਂ ਇੱਛਾਵਾਂ ਵਾਲੀ ਬੰਦਾ ਕਹਿੰਦਾ ਮੈਂ ਹੁਣ ਤੀਰਥ ਤੇ ਰਹਿਣਾ ਸ਼ੁਰੂ ਕਰ ਦਿੱਤਾ। ਕਈ ਵਾਰੀ ਕਈ ਸੱਜਣ ਐਸੇ ਨੇ, ਹਿੰਦੁਸਤਾਨ ਵਿੱਚ ਬੜੇ ਤੀਰਥ ਨੇ ਜੀ, ਜਿੱਥੇ ਲੋਕ ਅੰਤਲੇ ਸਮੇਂ ਆਪਣੀ ਮਨ ਦੀ ਇੱਛਾ ਲਈ ਰਹਿੰਦੇ। ਗੁਰੂ ਜੀ ਕਹਿੰਦੇ ਨੇ ਮਨ ਦੀ ਕਾਮਨਾ ਪੂਰੀ ਕਰ ਲਈ, ਤੀਰਥ ਤੇ ਵੀ ਚਲੇ ਗਏ, ਆਪਣੇ ਸਿਰ ਦੇ ਉੱਤੇ ਆਰਾ ਵੀ ਚਲਵਾ ਲਿਆ। ਇਹ ਆਰਾ ਹੁੰਦਾ ਸੀ ਜੀ ਬਨਾਰਸ, ਇਹ ਜਹਾਂਗੀਰ ਨੇ ਖਤਮ ਕਰਾਇਆ ਸੀ ਆਰਾ। ਇਹ ਫੁਰਨਾ ਹੁੰਦਾ ਸੀ ਜੀ, ਸਭ ਕੁਝ ਦਾਨ ਕਰਕੇ। ਬਾਹਮਣ ਕਹਿੰਦਾ ਸੀ ਸਭ ਕੁਝ ਦਾਨ ਕਰਕੇ ਆਪਣੇ ਆਪ ਨੂੰ ਆਰੇ ਨਾਲ ਚਰਵਾ ਲੈ, ਤੈਨੂੰ ਸਵਰਗ, ਤੈਨੂੰ ਮੁਕਤੀ ਮਿਲ ਜਾਏਗੀ। ਪਰ ਯਾਦ ਰੱਖਿਓ, ਆਰੇ ਗੁਰੂ ਘਰ ਵੀ ਚੱਲੇ ਆ। ਇਹ ਅਸਲ 'ਚ ਆਪਣੀ ਨਿੱਜੀ ਮੁਕਤੀ ਲਈ ਨਹੀਂ, ਗੁਲਾਮੀ ਦੀਆਂ ਜ਼ੰਜੀਰਾਂ ਕੱਟ ਕੇ ਮਜ਼ਲੂਮਾਂ ਨੂੰ ਮੁਕਤ ਕਰਾਉਣ ਵਾਸਤੇ ਆਰੇ ਚੱਲੇ ਆ। ਇਹ ਆਰੇ ਦਾ ਮਤਲਬ ਹੈ ਤੀਰਥ ਤੇ ਜਾਣਾ, ਆਰਾ ਚਲਵਾ ਲੈਣਾ, ਤੇ ਗੁਰੂ ਜੀ ਕਹਿੰਦੇ ਉਸ ਨਾਲ ਵੀ ਬੰਦੇ ਦੀ ਮੈਲ ਨਹੀਂ ਉਤਰੀ। ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਜਤਨ ਕਰਾਏ। ਹਜ਼ੂਰ ਕਹਿੰਦੇ ਨੇ ਇੱਕ ਨਹੀਂ, ਤੂੰ ਲੱਖਾਂ ਜਨਮ ਲੈ ਕੇ ਆਰੇ ਨਾਲ ਆਪਣੇ ਆਪ ਨੂੰ ਚਿਰਾ ਲੈ। ਜਿਹਨੂੰ ਸੁਖਮਨੀ ਸਾਹਿਬ ਵਿੱਚ ਕਹੇ ਨਾ, ਨਿਮਕ ਨਿਮਕ ਕਰ ਸਰੀਰ ਕਟਾਵੇ, ਤੋਪੀ ਖੋਮੇ ਮੈਲ ਨਾ ਜਾਵੇ। ਮਹਾਰਾਜ ਕਹਿੰਦੇ ਜੀ ਲੱਖਾਂ ਵਾਰੀ ਤੂੰ ਆਪਣੇ ਬਦਨ ਨੂੰ ਕਟਵਾ ਲੈ, ਤੇਰੀ ਖੌਮੇ ਦੀ ਮੈਲ ਫਿਰ ਵੀ ਨਹੀਂ ਉਤਰਨੀ। ਕਨਕ ਕਾਮਨੀ ਹੈ ਵਰ ਗੈ ਵਰ, ਬਹੁ ਵਿਦ ਦਾਨ ਦਾਤਾਰਾ। ਹੁਣ ਅਗਲ ਦੀ ਤੋਕ ਹੈ ਕਨਕ, ਕਨਕ ਦਰ ਤੇ ਸੋਨਾ, ਕਾਮਨੀ ਦਰ ਤੇ ਇਸਤਰੀ। ਹੈ ਵਰ ਗੈ ਵਰ, ਇਹ ਦੋ ਸ਼ਬਦ ਨੇ, ਹੈ ਗੈ, ਨਾਲ ਸ਼ਬਦ ਵਰ। ਹੈ ਵਰ, ਹੈ ਦਰ ਤੇ ਘੋੜਾ, ਵਰ ਦਰ ਤੇ ਸ੍ਰੇਸ਼ਟ, ਘੋੜਿਆਂ ਵਿੱਚੋਂ ਸ੍ਰੇਸ਼ਟ ਘੋੜੇ। ਅੱਗੇ ਸ਼ਬਦ ਹੈ ਗੈਵਰ, ਅਸਲ 'ਚ ਲਫ਼ਜ਼ ਹੈ ਜੀ ਸੰਸਕ੍ਰਿਤ ਦਾ ਗਜਵਰ, ਗਜ ਦਾ ਅਰਥ ਹੈ ਹਾਥੀ। ਇੱਥੇ ਗੁਰਦੇਵ ਨੇ ਤਦ ਭਵ ਸ਼ਬਦ ਵਰਤਿਆ ਗੈਵਰ, ਇਹਦਾ ਮਤਲਬ ਹੋ ਗਿਆ ਹਾਥੀਆਂ ਵਿੱਚੋਂ ਸ੍ਰੇਸ਼ਟ ਹਾਥੀ। ਕਨਕ ਕਾਮਨੀ ਗੈਵਰ, ਗੈਵਰ ਬਹੁ ਵਿਦ ਦਾਨ ਦਾਤਾਰਾ। ਬੰਦੇ ਨੇ ਇਸਤਰੀ ਵੀ, ਸੋਨਾ ਵੀ, ਹਾਥੀ ਵੀ, ਘੋੜੇ ਵੀ, ਅਨੇਕਾਂ ਤਰ੍ਹਾਂ ਦਾ ਦਾਨ ਕੀਤਾ ਹੈ। ਅਨ ਬਸਤਰ ਭੂਮ ਬਹੁ ਅਰਪੇ, ਨਹਿ ਮਿਲਿਆ ਹਰ ਦੁਆਰਾ। ਕੱਪੜੇ ਵੀ ਦਾਨ ਕੀਤੇ, ਸੱਚੀ ਮੁੱਚੀ ਅੰਨ ਵੀ ਦਾਨ ਕੀਤਾ, ਜ਼ਮੀਨ ਵੀ ਦਾਨ ਕਰ ਦਿੱਤੀ, ਪਰ ਸਤਿਗੁਰੂ ਕਹਿੰਦੇ ਨੇ ਖਰੀਦਾ ਦੁਆਰਾ ਇਸ ਨਾਲ ਵੀ ਨਹੀਂ ਮਿਲਿਆ। ਪੂਜਾ ਅਰਚਾ ਬੰਦਨ ਡੰਡੋਤ, ਖਟ ਕਰਮਾ ਰਤ ਰਹਤਾ। ਪੂਜਾ ਅਰਚਾ ਕਰਨੀ, ਜਿਵੇਂ ਫੁੱਲ ਭੇਟ ਕਰਨੇ, ਸੁਗੰਧੀ ਦਾ ਛਿੜਕਾਅ ਕਰਨਾ। ਡੰਡੌਤ ਦਾ ਅਰਥ ਆਪ ਜਾਣਦੇ ਹੋ, ਡੰਡੇ ਦੀ ਤਰ੍ਹਾਂ ਲੰਮੇ ਪੈ ਜਾਣਾ। ਪੂਜਾ ਅਰਚਾ, ਬੰਦਨ ਦਰ ਤੇ ਹੱਥ ਜੋੜਨੇ, ਡੰਡੌਤ। ਇਹ ਗੱਲ ਯਾਦ ਰੱਖਿਓ, ਕਿਉਂਕਿ ਇੱਥੇ ਹੁਣ ਸ਼ਬਦ ਹੈ ਡੰਡੌਤ, ਤੇ ਆਪਾਂ ਤਾਂ ਰੋਜ਼ ਪੜ੍ਹਦੇ ਆ ਕਿ ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ। ਮਨ ਚ ਉੱਠੇਗਾ ਜੀ, ਫਿਰ ਉੱਥੇ ਕਿਉਂ ਕਹਿ ਦਿੱਤਾ ਵੀ ਡੰਡੌਤ ਕਰੋ? ਦੋਨਾਂ 'ਚ ਫਰਕ ਹੈ। ਮੱਥਾ ਸਾਰੇ ਟੇਕਦੇ ਆ, ਪਰ ਅੰਦਰ ਦੀ ਬਿਰਤੀ ਸਾਰਿਆਂ ਦੀ ਇੱਕੋ ਜਿਹੀ ਨਹੀਂ ਹੁੰਦੀ।
ਮੱਥੇ ਸਾਰਿਆਂ ਦੇ ਜ਼ਮੀਨ ਨਾਲ ਲੱਗਦੇ ਆ, ਪਰ ਮਨ ਸਾਰਿਆਂ ਦੇ ਨਹੀਂ ਲੱਗਦੇ, ਕਿਉਂਕਿ ਗਰਦਨ ਝੁਕਾਣੀ ਬਹੁਤ ਸੌਖੀ ਹੈ, ਮਨ ਨੂੰ ਝੁਕਾਉਣ ਵਾਸਤੇ ਸਾਰੀ ਜ਼ਿੰਦਗੀ ਲੱਗ ਜਾਂਦੀ। ਮਨਵਾ ਨਹੀਂ ਝੁਕਦਾ। ਉਂਝ ਵੈਸੇ ਡੰਡੌਤ ਦੇ ਅਰਥ ਨੇ ਲੰਮਾ ਪੇਟ, ਇਸ ਤਰ੍ਹਾਂ ਹੀ ਹੈ ਨਾ ਜੀ, ਡੰਡੇ ਵੱਤ। ਹੁਣ ਇਹ ਅਰਥ ਬੜਾ, ਸ਼ਬਦ ਬੜਾ ਡੂੰਘਾ ਹੈ। ਡੰਡੌਤ ਜਿਹੜਾ ਇਹਦਾ ਪੋਜ਼ਿਟਿਵ ਜੇ ਅਰਥ ਕਰਾਂਗੇ ਕਿ ਡੰਡਾ ਕਿਸੇ ਬੰਦੇ ਨੇ ਹੱਥ 'ਚ ਪਕੜਿਆ। ਹੁਣ ਡੰਡਾ ਕੱਲਾ ਲੇਟਦਾ ਥੋੜਾ, ਡੰਡੇ ਨੂੰ ਤੇ ਮੈਨੂੰ ਪਤਾ ਹੈ ਜੀ, ਅਸੀਂ ਤੇ ਪਿੰਡੂ ਜਿਹੇ ਬੰਦੇ ਆ, ਡਾਂਗ ਮੋਢੇ ਤੇ ਵੀ ਰੱਖ ਲੈਂਦੇ ਸਾਂ, ਤੇ ਡੰਗਰਾਂ ਪਿੱਛੇ ਜਾਂਦਿਆਂ ਡਾਂਗ ਨੂੰ ਕਈ ਵਾਰੀ ਰੁੱਖ ਦੇ ਤਣੇ ਨਾਲ ਲਾ ਦੇਣਾ, ਕਈ ਵਾਰੀ ਮੰਜੇ ਦੇ ਪਾਵੇ ਨਾਲ ਲਾ ਦੇਣਾ, ਕਈ ਵਾਰੀ ਕੰਧ ਨਾਲ ਲਾ ਦੇਣਾ। ਇੱਥੇ ਡੰਡੌਤ ਦਾ ਭਾਵ ਅਰਥ ਇਹ ਵੇ ਕਿ ਜਿਵੇਂ ਹੱਥ ਵਿੱਚ ਪਕੜਿਆ ਡੰਡਾ ਆਪਣੀ ਕੋਈ ਮਰਜ਼ੀ ਨਹੀਂ ਕਰਦਾ, ਜਿੰਨੇ ਪਕੜਿਆ ਉਹਦੀ ਮਰਜ਼ੀ ਚੱਲਦੀ ਏ। ਡੰਡੌਤ ਦਾ ਅੰਤਰੀਵ ਅਰਥ ਹੈ, ਸਤਿਗੁਰੂ ਮੈਂ ਡੰਡੇ ਦੀ ਤਰ੍ਹਾਂ ਸਮਰਪਿਤ ਕਰ ਦਿੱਤਾ, ਤੇਰੀ ਮਰਜ਼ੀ ਏ ਜ਼ਮੀਨ ਤੇ ਸੱਟ ਦੇ, ਤੇਰੀ ਮਰਜ਼ੀ ਮੋਢੇ ਤੇ ਰੱਖ ਦੇ, ਤੇਰੀ ਮਰਜ਼ੀ ਕੰਧ ਨਾਲ ਲਾ ਦੇ। ਇਹਦਾ ਭਾਵ ਇਹ ਹੈ, ਅੰਤਰੀਵ ਅਰਥ ਇਹ ਵੇ। ਪੂਜਾ ਅਰਚਾ ਬੰਧਨ ਡੰਡੌਤ ਖੱਟ ਕਰਮਾਂ ਰਤ ਰਹਿਤਾ। 6 ਤਰ੍ਹਾਂ ਦੇ ਸ਼ਾਸਤਰਾਂ ਦੇ ਦੱਸੇ ਕਰਮ ਵੀ ਕੀਤੇ ਖਾਨ। ਹੋ ਕਰਤ ਬੰਧਨ ਮਹਿ ਪਰਿਆ, ਨਹਿ ਮਿਲਿਆ ਇਹ ਜੁਗਤਾ। ਪਰ ਜਿੰਨੀ ਪੂਜਾ ਕੀਤੀ ਨਾਲ ਖੌਮੇ ਆ ਗਈ, ਨਮਸਕਾਰ ਕੀਤੀ ਖੌਮੇ ਆ ਗਈ, ਹਉਮੈ ਫਿਰ ਬੰਧਨ ਬਣ ਗਈ। ਮਸਕੀਨ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਸਨ ਕਿ ਔਗਣ ਆਪਣਾ ਪ੍ਰਚਾਰ ਉਹਨਾਂ ਨਹੀਂ ਕਰਦਾ ਜਿੰਨਾ ਗੁਣਾ ਦਾ ਹੰਕਾਰ ਪ੍ਰਚਾਰ ਆਪਣਾ ਕਰਦਾ ਹੈ। ਫਿਰ ਸੁਣਿਓ, ਕਦੀ ਬੰਦੇ ਕਿਸੇ ਚੋਰ ਨੇ ਵਿਜ਼ਿਟਿੰਗ ਕਾਰਡ ਛਪਾਇਆ ਕਿ ਸ਼ਹਿਰ ਵਿੱਚ ਮੇਰੇ ਤੋਂ ਵੱਡਾ ਚੋਰ ਕੋਈ ਨਹੀਂ, ਲੁਕਾਉਂਦੇ ਨਾ ਸਾਰੇ, ਸੱਚੀ ਹੈ ਨਾ। ਕਿਸੇ ਨੇ ਕਿਹਾ ਮੇਰੇ ਤੋਂ ਵੱਡਾ ਬਦਮਾਸ਼ ਕੋਈ ਨਹੀਂ। ਚੋਰ, ਠੱਗ, ਬਦਮਾਸ਼ੀ, ਚੋਰੀ, ਜੂਆ, ਇਹ ਸਾਰੇ ਪਾਪ ਕਰਮ ਨੇ। ਕਦੀ ਕੋਈ ਮਸ਼ਹੂਰੀ ਨਹੀਂ ਕਰਦਾ। ਮਸ਼ਹੂਰੀ ਉਹੀ ਕਰਦਾ ਮੈਂ ਇੰਨੇ ਪਾਠ ਕਰ ਲਏ, ਇੰਨੀ ਵਾਰੀ ਇਸ਼ਨਾਨ ਕਰ ਲਿਆ, ਮੇਰੇ ਤੋਂ ਵੱਡਾ। ਗੁਰੂ ਸਾਹਿਬ ਕਹਿੰਦੇ ਆ ਚੇਤੇ ਰੱਖੀ, ਇਹ ਗੁਣਾ ਤੇ ਜਿਹੜੀ ਖੌਮੇ ਉਸਰਦੀ ਇਹ ਬੰਧਨ ਬਣ ਜਾਂਦੀ। ਹਮ ਵੱਡ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੈ ਨਾ ਨਾਸੀ। ਮਹਾਰਾਜ ਕਹਿੰਦੇ ਤੀਰਥ ਜਾਉ ਤਾਂ ਹਉ ਕਰਤੇ, ਪੰਡਿਤ ਪੁੱਛੋ ਤੋਂ ਮਾਇਆ ਰਾਤੇ। ਇੱਥੇ ਹਜ਼ੂਰ ਕਹਿੰਦੇ ਨੇ ਨੇਕਾਂ ਤਰ੍ਹਾਂ ਦੇ ਕਰਮ ਕੀਤੇ, ਉਸ ਖੌਮੇ ਵਿੱਚ ਫਸਿਆ ਹੈ। ਜੋਗ ਸਿੱਧ ਆਸਣ 84, ਏ ਪੀ ਕਰ ਕਰ ਰਹਿਆ। ਜੋਗੀਆਂ ਵਾਲੇ ਸਾਰੇ ਕਰਮ ਕੀਤੇ, ਕਪਾਲ ਭਾਤੀ ਕੀਤੀ, ਪ੍ਰਾਣਾਯਾਮ ਕੀਤਾ, ਨਿਵਲੀ ਕਰਮ ਕੀਤਾ। ਹੁਣ 84 ਆਸਨ ਨੇ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਆਸਨ ਸਰੀਰਕ ਅਰੋਗਤਾ ਲਈ ਚੰਗਾ ਹੈ, ਪਰ ਕੋਈ ਜ਼ਰੂਰੀ ਨਹੀਂ ਜਿਹੜਾ 84 ਆਸਨ ਜਾਣਦਾ ਉਹਦੀ ਵਾਸ਼ਨਾ ਵੀ ਮਰ ਗਈ ਹੋਵੇ। ਇੱਥੇ ਗੁਰਦੇਵ ਕਹਿ ਰਹੇ ਨੇ ਕਿ ਸਾਰੇ ਯਤਨ ਕੀਤੇ, ਜੋਗ ਸਿੱਧ ਆਸਨ 84 ਇਹ ਵੀ ਕਰ ਕਰ ਰਿਹਾ, ਇਹ ਵੀ ਕਰ ਕਰਕੇ ਦੇਖੇ ਖਾਨ। ਵੱਡੀ ਆਰਜਾ ਫਿਰ ਜਨਮੈ, ਹਰ ਸਿਉ ਸੰਗ ਨ ਗਹਿਆ। ਵੱਡੀ ਉਮਰ ਵੱਡੀ ਹੋ ਗਈ ਪਿਆਰਿਓ, ਉਮਰ ਲੰਮੀ ਹੋ ਗਈ, ਪਰ ਜਨਮਦਾ ਮਰਦਾ ਹੈ, ਪਰ ਇੰਨੇ ਆਸਣ ਕਰਕੇ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕੀਤਾ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਹੁਣ ਰਾਜ ਲੀਲਾ, ਲੀਲਾ ਦਾ ਅਰਥ ਇੱਥੇ ਵਾਸ਼ਨਾ ਵਾਲੀਆਂ ਹਰਕਤਾਂ ਜਿਹੜੀਆਂ ਰਾਜੇ ਕਰਦੇ ਨੇ। ਉਂਝ ਬਾਣੀ ਨੇ ਕਿਹਾ ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਇੱਥੇ ਰਾਜ ਲੀਲਾ ਦਾ ਅਰਥ ਹੈ ਰਾਜੇ ਅਨੇਕਾਂ ਤਰ੍ਹਾਂ ਦੀਆਂ ਲੀਲਾਵਾਂ ਕਰਦੇ ਆ। ਚਲੋ ਇਸ ਵਿਸ਼ੇ ਨੂੰ ਨਾ ਹੀ ਛੇੜੀਏ। ਤੁਸੀਂ ਕਦੀ ਹਿੰਦੁਸਤਾਨ ਦੇ ਰਾਜਿਆਂ ਦੀ ਹਿਸਟਰੀ ਪੜ੍ਹ ਕੇ ਦੇਖੋ। ਚਲੋ ਮੈਂ ਸਟੇਜ ਤੇ ਗੱਲ ਨਹੀਂ ਕਹਿਣੀ, ਮੈਂ ਇੱਕ ਰਾਜੇ ਦਾ ਜੀਵਨ ਪੜ੍ਹਿਆ, ਪੰਜਾਬ 'ਚ ਹੀ ਹੋਇਆ। ਤੁਸੀਂ ਉਹ ਪਟਿਆਲੇ ਨਾ ਜਾਇਓ। ਉਹ ਬੰਦਾ ਅਖੰਡ ਪਾਠ ਤੱਕ ਰਖਾਂਦਾ ਰਿਹਾ ਕਿ ਮੇਰੀ ਵਾਸ਼ਨਾ ਖਤਮ ਨਾ ਹੋ। ਇਹ ਇੱਕ ਆਪਣੇ ਕੋਲੋਂ ਨਹੀਂ, ਮੈਂ ਸੁਣਿਆ, ਪੜ੍ਹਿਆ ਆਪ। ਮਹਾਰਾਜ ਕਹਿੰਦੇ ਰਾਜੇ ਬਣ ਗਏ, ਵਾਸ਼ਨਾ ਦੀਆਂ ਲੀਲਾ ਕਰਦੇ ਆ। ਤੇ ਹਜ਼ੂਰ ਕਹਿੰਦੇ ਅਗਲਾ ਪਤਾ ਇਹਨਾਂ ਦਾ ਰਸਤਾ ਕੀ? ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਪਾਰਾ। ਜੋ ਮਨ ਚਾਹਿਆ ਉਹ ਆਪਣੇ ਮਨ ਮਰਜ਼ੀ ਦੇ ਹੁਕਮ ਚਲਾਏ ਖਾਨ। ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦਵਾਰਾ। ਸੇਜ ਸੋਹਣੀ ਇੱਕ ਤਰ੍ਹਾਂ
ਜਿੱਥੇ ਜਿੱਥੇ ਉਹਨਾਂ ਸੋਣਾ ਹੈ। ਯਾਦ ਰੱਖਿਓ, ਸੇਜ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ। ਕਈ ਥਾਵਾਂ ਤੇ ਸੇਜ ਦਾ ਅਰਥ ਵਿਛਾਈ ਆਉਂਦਾ ਹੈ, ਤੇ ਜਿੱਥੇ ਸੋਹਣੀ ਲਫ਼ਜ਼ ਆਦਾ ਉੱਥੇ ਸੇਜ ਦਾ ਅਰਥ ਸੇਜ ਮਾਨਣ ਦਾ ਆਉਂਦਾ। ਮੇਰੀ ਬੇਨਤੀ ਤੁਸੀਂ ਸਮਝ ਗਏ ਹੋ। ਸੇਜ ਸੋਹਣੀ, ਸੋਹਣੀ ਵੀ ਹੈ, ਸੁਗੰਧੀਆਂ ਵੀ ਲਈਆਂ ਨੇ, ਚੰਦਨ ਚੋਵਾ। ਪਰ ਗੁਰੂ ਜੀ ਕਹਿੰਦੇ ਨੇ ਇਹ ਮੋਖ ਦੁਆਰਾ ਨਹੀਂ, ਇਹ ਨਰਕ ਘੋਰ ਕਾ ਦੁਆਰਾ। ਉਹ ਤੂੰ ਰਾਜਾ ਬਣ ਗਿਆ, ਗੰਦ ਮੰਦ ਰੋਜ਼ ਤੂੰ ਭੋਗਣਾ। ਚੇਤੇ ਰੱਖੀ, ਜਿੰਨਾ ਤੂੰ ਇੱਧਰ ਤੁਰਿਆ ਤੇਰੇ ਵਾਸਤੇ ਨਰਕਾਂ ਦੇ ਬੂਹੇ ਖੁੱਲੇ ਹੋਏ ਆ। ਇਹ ਨਰਕ ਘੋਰ ਕਾ ਦੁਆਰਾ ਹੈ। ਇੱਕ ਰਾਜੇ ਦੀ ਰੋਜ਼ ਸੇਜ ਸਾਜਦੀ ਸੀ ਜੀ, ਤੇ ਮਾਲਣ ਕੀ ਕਰਦੀ ਸੀ, ਸੁਗੰਧੀ ਵਾਲੇ ਫੁੱਲਾਂ ਦੀਆਂ ਪੰਖੁੜੀਆਂ ਨਾ ਉਹਦੇ ਉੱਤੇ ਵਿਛਾ ਦੇਣੀਆਂ। ਇੱਕ ਦਿਨ ਜਿੱਦਣ ਉਹ ਬਿਸਤਰਾ ਸਜਾਣ ਆਈ ਤੇ ਪਤਾ ਨਹੀਂ ਮਨ ਚ ਆਇਆ ਮੈਂ ਲੇਟ ਕੇ ਦੇਖਾਂਗਾ। ਬਿਸਤਰਾ ਇੰਨਾ ਸੋਹਣਾ ਸੀ। ਜਦੋਂ ਉਹ ਲੇਟੀ ਫੁੱਲ ਵਿਛਾ ਕੇ, ਉਹਦੇ ਭਾਣੇ ਕੋਈ ਦੇਖ ਨਹੀਂ ਰਿਹਾ, ਇੰਨੀ ਦੇਰ ਨੂੰ ਰਾਜਾ ਆਇਆ। ਉਹ ਗੁੱਸੇ ਚ ਆ ਕੇ ਉਹਨੇ ਕੋੜਿਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ, ਕੋਰੜਿਆਂ ਨਾਲ। ਤੇਰੀ ਕੀਮਤ ਸਾਡੀ ਸੇਜ ਤੇ ਲੇਟੇ। ਉਹ ਮਾਲਣ ਪਹਿਲਾਂ ਰੋਈ, ਫਿਰ ਹੱਸਣ ਲੱਗ ਪਈ। ਉਹ ਜਿਉਂ-ਜਿਉਂ ਕੋਰੜੇ ਮਾਰੇ ਉਹ ਹੱਸੀ ਜਾਏ। ਉਹ ਕਹਿੰਦਾ ਕਿਤੇ ਸ਼ੈਤਾਨ ਤਾਂ ਨਹੀਂ ਹੋ ਗਈ, ਪਹਿਲਾਂ ਤੂੰ ਰੋਈ ਹੈ ਫਿਰ ਤੂੰ ਹੱਸੀ ਹੈ। ਉਹਨੇ ਉੱਤਰ ਦਿੱਤਾ, ਕਹਿਣ ਲੱਗੀ ਰਾਜਨ, ਜਦੋਂ ਮੈਂ ਸੇਜ ਤੇ ਪਈ ਤੂੰ ਮੈਨੂੰ ਕੋਰੜਾ ਮਾਰਿਆ, ਮੈਂ ਰੋਈ ਤਾਂ ਮੈਨੂੰ ਪੀੜ ਲੱਗੀ, ਤੇ ਹੱਸੀ ਕਿਉਂ ਵੇਂ? ਕਹਿੰਦੀ ਹੱਸੀ ਤਾਂ ਵਾਂ, ਮੈਂ ਅੱਧਾ ਘੰਟਾ ਨਹੀਂ ਸੇਜ ਤੇ ਪਈ ਤੇ ਮੈਨੂੰ ਇੰਨੇ ਕੋਰੜੇ ਪੈ ਗਏ। ਤੂੰ ਰੱਬ ਨੂੰ ਭੁਲਾ ਕੇ ਰੋਜ਼ ਸੇਜ ਮਾਰਨਾ, ਤੇਰਾ ਕੀ ਬਣੇਗਾ? ਮੈਨੂੰ ਤਾਂ ਹਾਸਾ ਆਉਂਦਾ, ਤੇਰੇ ਨਾਲ ਕੀ ਵਾਪਰਨੀ। ਮੈਂ ਵੇਖੋ, ਗੱਲਾਂ ਇਹ ਸਿੱਖਿਆ ਹੁੰਦੀਆਂ ਨੇ ਸਮਝਣ ਵਾਲੀਆਂ। ਗੁਰੂ ਜੀ ਕਹਿੰਦੇ ਨੇ, ਕਨ ਕਾਮਨੀ ਖੈਬਰ ਗੈਬਰ ਬਹੁਬੀ ਦਾਨ ਦਤਾਰਾ। ਇਸ ਤੋਂ ਬਾਅਦ ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਪਾਰਾ। ਸੇਜ ਸੋਨੀ ਚੰਦਨ ਚੋਵਾ, ਨਰਕ ਘੋਰ ਕਾ ਦੁਆਰਾ। ਇਹ ਨਰਕਾਂ ਦਾ ਦਰਵਾਜ਼ਾ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕਾ ਕਰਮਾ। ਸਤਿਗੁਰੂ ਗੁਰੂ ਅਰਜੁਨ ਦੇਵ ਕਹਿੰਦੇ ਨੇ, ਫਿਰ ਸਭ ਤੋਂ ਸ਼੍ਰੋਮਣੀ ਕਰਮ ਕੀ ਹੈ? ਇਹ ਸਾਰੀਆਂ ਗੱਲਾਂ ਕਰਕੇ ਨਾ ਜੀ, ਪਾਠ ਪੜਿਓ, ਮੋਨ ਭਇਓ, ਮਨ ਕਾਮਨਾ ਤੀਰਥ ਜੈ ਬਸਿਓ, ਜੋਗ ਸਿੱਧ ਆਸਨ 84, ਰਾਜ ਲੀਲਾ ਰਾਜਨ ਕੀ ਰਚਨਾ। ਸਾਰੇ ਬਚਨ ਕਰਕੇ ਫਿਰ ਗੁਰੂ ਅਰਜੁਨ ਦੇਵ ਜੀ ਸਾਨੂੰ ਦੱਸੋ ਅਸੀਂ ਕੀ ਕਰੀਏ। ਕਹਿਣ ਲੱਗੇ, ਹਰ ਕੀਰਤ ਸਾਧ ਸੰਗਤ ਹੈ। ਹਰੀ ਦੀ ਕੀਰਤੀ ਕਰ, ਸੰਗਤ ਵਿੱਚ ਬੈਠ ਕੇ ਸਿਮਰਨ ਕਰ, ਪਾਠ ਕਰ, ਕੀਰਤਨ ਕਰ। ਸਿਰ ਕਰਮਨ ਕੈ ਕਰਮਾ। ਕੋਈ ਵੀ ਦੁਨੀਆ ਦਾ ਕਰਮ ਇਹਦੇ ਬਰਾਬਰ ਨਹੀਂ ਹੋ ਸਕਦਾ, ਕਿਉਂਕਿ ਕੀਰਤਨ ਸਭ ਤੋਂ ਵੱਡਾ ਕਰਮ ਹੈ। ਪਿਆਰਿਓ ਯਾਦ ਰੱਖਿਓ, ਗੁਰੂ ਘਰ ਅੰਦਰ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉਪਰ ਉੱਚਾ ਨਾਉ। ਕਲਯੁਗ ਮੈਂ ਕੀਰਤਨ ਪ੍ਰਧਾਨਾ। ਇੱਥੇ ਕਿਹਾ ਵੀ ਕੀਰਤਨ ਤੋਂ ਵੱਡੀ ਕੋਈ ਚੀਜ਼ ਨਹੀਂ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਤੇ ਗੁਰੂ ਅਰਜੁਨ ਦੇਵ ਸਾਰਿਆਂ ਨੂੰ ਮਿਲ ਜਾਂਦਾ। ਦੁਨੀਆ ਤਾਂ ਇੰਨੀ ਤੁਰੀ ਫਿਰਦੀ। ਮਹਾਰਾਜ ਕਹਿੰਦੇ ਇੱਥੇ ਇੱਕ ਕੰਡੀਸ਼ਨ ਹੈ, ਉਹ ਕੀ ਹੈ? ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ, ਇਹ ਵੀ ਉਹਨੂੰ ਮਿਲਦਾ ਵਾਹਿਗੁਰੂ ਜਿਨ੍ਹਾਂ ਦੇ ਮੱਥੇ ਦੇ ਲੇਖ ਤੂੰ ਲਿਖ ਦੇਣਾ। ਕੀਰਤਨ ਦੀ ਦਾਤ ਤੇਰੀ ਬਖਸ਼ਿਸ਼ ਮਿਲਦੀ। ਸੇ ਸਿਮਰੈ ਜਿਨ ਆਪ ਸਮਰਾਏ, ਨਦਰ ਕਰੇ ਤਾਂ ਸਿਮਰਿਆ ਜਾਏ। ਜੇ ਤੇਰੀ ਕਿਰਪਾ ਹੋਵੇ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਖਾਰ। ਹਜ਼ੂਰ ਕਹਿੰਦੇ ਨੇ, ਇਹ ਤੇਰੀ ਬਖਸ਼ਿਸ਼ ਮਿਲਦੀ ਹੈ। ਤੇਰੋ ਸੇਵਕ ਇਹ ਰੰਗ ਮਾਤਾ। ਹੁਣ ਇਹ ਵੇ ਪਹਿਲੀ ਤੁਕ ਦਾ ਉੱਤਰ। ਇਹ ਰਹਾਉ ਦੂਜਾ ਸ਼ੁਰੂ ਹੁੰਦਾ ਹੈ। ਤੇਰੋ ਸੇਵਕ, ਤੇਰਾ ਦਾਸ, हे ਪ੍ਰਭੂ ਇਸ ਰੰਗ ਦੇ ਵਿੱਚ ਰੱਤਾ ਹੋਇਆ ਹੈ। ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਭਇਓ ਕਿਰਪਾਲ ਦੀਨ ਦੁਖ ਭੰਜਨ। ਕਿਰਪਾਲੂ ਹੋਇਆ ਕੌਣ? ਦੀਨ ਦਾ ਲਫ਼ਜ਼ੀ ਅਰਥ ਹੈ ਗਰੀਬ, ਦੁੱਖ ਭੰਜਨ ਦਾ ਅਰਥ ਹੈ ਦੁੱਖਾਂ ਨੂੰ ਕੱਟਣ ਵਾਲਾ। ਹਜ਼ੂਰ ਕਹਿੰਦੇ, ਸਾਡੇ ਉੱਤੇ ਦੁੱਖਾਂ ਨੂੰ, ਗਰੀਬਾਂ ਦੇ ਦੁੱਖਾਂ ਨੂੰ ਕੱਟਣ ਵਾਲਾ ਵਾਹਿਗੁਰੂ ਕਿਰਪਾਲੂ ਹੋ ਗਿਆ। ਤੇ ਹੋਇਆ ਕਿ ਜੀ, ਸੇਵਕ ਦਾ ਅੰਦਰ ਪਰਮਾਤਮਾ ਦੇ ਨਾਮ ਵਿੱਚ ਰਤਿਆ ਗਿਆ। ਭਇਓ ਕਿਰਪਾਲ ਦੀਨ ਦੁਖ ਭੰਜਨ, ਖਾਰ ਹਰ ਕੀਰਤਨ ਇਹ ਮਨ ਰਾਤਾ। ਅੱਗੇ ਵੇ ਰਹਾਓ ਦੂਜਾ।
ਇਹਦਾ ਮਤਲਬ ਜਿਹੜਾ ਉਹ ਸੀ ਨਾ, ਮੈਂ ਦੀਜੈ ਬੁੱਧ ਵਿਵੇਕਾ, ਆ ਵਿਵੇਕ ਬੁੱਧੀ ਹੈ ਕਿ ਕੀਰਤਨ ਦੀ ਦਾਤ ਮਿਲ ਜਾਏ।